ਹੈਲੋ एवरीवन। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੈਥ ਦੇ ਟੌਪਿਕ ਬੇਸਿਕ ਜਿਓਮੈਟਰੀ ਆਈਡੀਆ ਬਾਰੇ ਸਟੱਡੀ ਕਰਾਂਗੇ। ਇਸ ਟੌਪਿਕ 'ਚ ਅਸੀਂ ਪੜਾਂਗੇ ਕਿ ਪੁਆਇੰਟ ਕੀ ਹੁੰਦਾ ਆ, ਲਾਈਨ ਸੈਗਮੈਂਟ ਕੀ ਹੁੰਦੀਆਂ ਨੇ, ਲਾਈਨ ਕੀ ਹੁੰਦੀ ਆ, ਰੇ ਕੀ ਹੁੰਦੀ ਆ, ਇੰਟਰਸੈਕਟਿੰਗ ਲਾਈਨ ਕੀ ਹੁੰਦੀਆਂ ਨੇ, ਪੈਰਲਲ ਲਾਈਨਸ ਕੀ ਹੁੰਦੀਆਂ ਨੇ। ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਜਿਓਮੈਟਰੀ ਕੀ ਹੁੰਦੀ ਆ। ਜਿਓਮੈਟਰੀ ਕੀ ਹੁੰਦੀ ਆ? ਜਿਓਮੈਟਰੀ ਇਜ਼ ਅ ਬ੍ਰਾਂਚ ਆਫ ਮੈਥਮੈਟਿਕ। ਇਹ ਇੱਦਾਂ ਦੀ ਬ੍ਰਾਂਚ ਹੈ ਮੈਥਮੈਟਿਕਸ ਦੀ ਜਿਹੜੀ ਕਿਹਦੇ ਨਾਲ ਡੀਲ ਕਰਦੀ ਆ? ਸ਼ੇਪਸ ਨਾਲ ਡੀਲ ਕਰਦੀ ਆ, ਸਾਈਜ਼ ਨਾਲ ਡੀਲ ਕਰਦੀ ਆ, ਪੋਜੀਸ਼ਨ ਆਫ ਫਿਗਰਸ ਨਾਲ ਡੀਲ ਕਰਦੀ ਆ ਤੇ ਪ੍ਰੋਪਰਟੀਜ਼ ਆਫ ਸਪੇਸ ਨਾਲ। ਕਿਹਦੇ ਨਾਲ ਡੀਲ ਕਰਦੀ ਆ? ਸ਼ੇਪਸ ਨਾਲ, ਸਾਈਜ਼ ਨਾਲ, ਪੋਜੀਸ਼ਨਸ ਆਫ ਫਿਗਰਸ ਨਾਲ ਤੇ ਪ੍ਰੋਪਰਟੀਜ਼ ਆਫ ਸਪੇਸ ਨਾਲ। ਜਿਓਮੈਟਰੀ ਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਪੁਆਇੰਟ ਨੂੰ, ਲਾਈਨ ਸੈਗਮੈਂਟ ਨੂੰ, ਲਾਈਨ ਨੂੰ, ਰੇ ਨੂੰ, ਇੰਟਰਸੈਕਟਿੰਗ ਲਾਈਨ ਨੂੰ ਅਤੇ ਹੋਰ ਵੀ ਬਹੁਤ ਸਾਰੀਆਂ ਲਾਈਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕੀ ਆ ਜਿਓਮੈਟਰੀ ਦੇ ਵਿੱਚ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਾਂਗੇ ਇਸ ਵੀਡੀਓ ਦੇ ਵਿੱਚ ਪੁਆਇੰਟ ਬਾਰੇ। ਪੁਆਇੰਟ ਕੀ ਹੁੰਦਾ ਆ? ਪੁਆਇੰਟ ਹੈਜ਼ ਨੋ ਡਿਮੈਂਸ਼ਨ ਐਂਡ ਇਟ ਇਜ਼ ਡਿਨੋਟਡ ਵਿਦ ਕੈਪੀਟਲ ਲੈਟਰ। ਇਹਦਾ ਪੁਆਇੰਟ ਦੇ ਕੋਈ ਡਿਮੈਂਸ਼ਨ ਨਹੀਂ ਹੁੰਦੀ। ਡਿਮੈਂਸ਼ਨ ਮਤਲਬ ਇਹਦਾ ਕੋਈ ਸਾਈਜ਼ ਨਹੀਂ ਹੁੰਦਾ। ਸਾਈਜ਼ ਮਤਲਬ ਨਾ ਇਹਦੀ ਕੋਈ ਲੈਂਥ ਹੁੰਦੀ ਆ, ਨਾ ਇਹਦੀ ਕੋਈ ਬ੍ਰੈਥ ਹੁੰਦੀ ਆ, ਨਾ ਇਹਦੀ ਕੋਈ ਹਾਈਟ ਹੁੰਦੀ ਆ। ਇਹਨੂੰ ਸਿੰਪਲ ਇੱਕ ਡਾਟ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਆ। ਡਾਟ ਨੂੰ ਆਪਾਂ ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਆ? ਏ ਨਾਲ ਰਿਪਰੈਜ਼ੈਂਟ ਕਰਦੇ ਆ। ਨੈਕਸਟ ਆਉਂਦਾ ਆ ਲਾਈਨ ਸੈਗਮੈਂਟ। ਲਾਈਨ ਸੈਗਮੈਂਟ ਕੀ ਹੁੰਦੀ ਆ? ਅ ਲਾਈਨ ਕੋਰਸਪੋਂਡੈਂਸ ਟੂ ਦੀ ਸ਼ਾਰਟੈਸਟ ਡਿਸਟੈਂਸ ਬਿਟਵੀਨ ਟੂ ਪੁਆਇੰਟ। ਇਟ ਹੈਜ਼ ਟੂ ਐਂਡ ਪੁਆਇੰਟ। ਲਾਈਨ ਸੈਗਮੈਂਟ ਕੀ ਹੁੰਦਾ ਆ? ਇਹ ਸ਼ਾਰਟੈਸਟ ਡਿਸਟੈਂਸ, ਛੋਟਾ ਡਿਸਟੈਂਸ ਹੁੰਦਾ ਆ ਕਿਹਦੇ ਵਿੱਚ? ਕਿਸੇ ਵੀ ਦੋ ਪੁਆਇੰਟ ਦੇ ਵਿੱਚ। ਦੋ ਪੁਆਇੰਟ ਲਈ ਮੈਂ ਕੋਈ ਵੀ ਮੰਨ ਲਓ ਇਸ ਪੁਆਇੰਟ ਨੂੰ ਲਿਆ ਏ, ਇਸ ਪੁਆਇੰਟ ਨੂੰ ਲਿਆ ਬੀ। ਇਹਦੇ ਵਿੱਚ ਜਿਹੜਾ ਡਿਸਟੈਂਸ ਹੋਊਗਾ, ਸ਼ਾਰਟੈਸਟ ਡਿਸਟੈਂਸ ਹੋਊਗਾ, ਉਹਨੂੰ ਅਸੀਂ ਕੀ ਕਹਿੰਦੇ ਆ? ਲਾਈਨ ਸੈਗਮੈਂਟ ਕਹਿੰਦੇ ਆ। ਠੀਕ ਹੈ। ਉਹ ਲਾਈਨ ਕਿਸੇ ਤਰ੍ਹਾਂ ਵੀ ਬਣ ਸਕਦੀ, ਉਹ ਲਾਈਨ ਇਸ ਤਰ੍ਹਾਂ ਵੀ ਬਣ ਸਕਦੀ ਆ, ਉਹ ਲਾਈਨ ਇਸ ਤਰ੍ਹਾਂ ਵੀ ਬਣ ਸਕਦੀ ਆ, ਉਹ ਲਾਈਨ ਕਿਸੇ ਵੀ ਆਕਾਰ 'ਚ ਹੋ ਸਕਦੀ ਹੈ, ਇੱਦਾਂ ਵੀ ਬਣ ਸਕਦੀ ਹੈ। ਠੀਕ ਹੈ। ਲਾਈਨ ਨੂੰ ਰਿਪਰੈਜ਼ੈਂਟ ਕਿਵੇਂ ਕਰਦੇ ਆ? ਮੰਨ ਲਓ ਕਿ ਮੈਂ ਏ ਬੀ ਲਾਈਨ ਬਣਾਈ, ਏ ਬੀ ਲਿਖਿਆ, ਉਹਦੇ ਉੱਪਰ ਡੈਸ਼ ਲਗਾਤੀ। ਠੀਕ ਹੈ। ਜਾਂ ਬੀ ਏ ਲਿਖਿਆ, ਇਸੇ ਲਾਈਨ ਨੂੰ ਬੀ ਏ ਵੀ ਲਿਖ ਸਕਦੇ ਹਾਂ, ਇਹਦੇ ਉੱਪਰ ਡੈਸ਼ ਲਗਾਤੀ। ਇਸ ਨੂੰ ਆਪਾਂ ਲਾਈਨ ਸੈਗਮੈਂਟ ਕਹਿੰਦੇ ਆ। ਨੈਕਸਟ ਆਉਂਦਾ ਆ ਲਾਈਨ। ਲਾਈਨ ਕੀ ਹੁੰਦੀ ਆ? ਅ ਲਾਈਨ ਹੈਜ਼ ਨੋ ਐਂਡ ਪੁਆਇੰਟ। ਇਟ ਕੈਨ ਬੀ ਐਕਸਟੈਂਡ ਬੋਥ ਸਾਈਡ। ਕਹਿੰਦਾ ਜਿਹੜੀ ਲਾਈਨ ਆ ਇਹਦੇ ਕੋਈ ਵੀ ਐਂਡ ਪੁਆਇੰਟ ਨਹੀਂ ਹੁੰਦਾ। ਐਂਡ ਪੁਆਇੰਟ ਮਤਲਬ ਇਹਦਾ ਅੰਤ ਨਹੀਂ ਹੁੰਦਾ। ਇਹਨੂੰ ਆਪਾਂ ਅੱਗੋਂ ਪਿੱਛੋਂ ਦੋਵਾਂ ਸਾਈਡਾਂ ਤੋਂ ਵਧਾ ਸਕਦੇ ਆ। ਮੰਨ ਲਓ ਕਿ ਮੈਂ ਦੋ ਪੁਆਇੰਟ ਲਏ, ਠੀਕ ਹੈ, ਏ ਬੀ। ਇਹ ਤੇ ਹੋ ਗਿਆ ਆਪਣਾ ਲਾਈਨ ਸੈਗਮੈਂਟ ਹੈ ਨਾ। ਜੇ ਮੈਂ ਇਹਨੂੰ ਦੋਵਾਂ ਸਾਈਡਾਂ ਤੋਂ ਐਕਸਟੈਂਡ ਕਰਦੀ ਹਾਂ, ਠੀਕ ਆ, ਦੋਵਾਂ ਸਾਈਡਾਂ ਤੋਂ ਇਹਨਾਂ ਨੂੰ ਵਧਾਉਂਦੀ ਆ, ਉਹ ਮੇਰੀ ਕੀ ਹੋ ਜੂਗੀ? ਲਾਈਨ ਹੋ ਜੂਗੀ। ਠੀਕ ਆ। ਐਰੋਜ਼ ਮੈਂ ਤਾਂ ਲਗਾਇਆ ਕਿਉਂਕਿ ਇਹਦਾ ਮਤਲਬ, ਐਰੋਜ਼ ਦਾ ਮਤਲਬ ਕੀ ਆ ਕਿ ਇਹ ਉਧਰ ਨੂੰ ਤੁਰੀ ਜਾ ਰਹੀ ਆ, ਇਹ ਵੀ ਇੱਧਰ ਤੁਰੀ ਜਾ ਰਹੀ ਹੈ, ਮਤਲਬ ਕਿ ਇਹਦਾ ਕੋਈ ਆਪਾਂ ਦੋਵੇਂ ਸਾਈਡ ਤੋਂ ਇਹਨੂੰ ਐਕਸਟੈਂਡ ਕਰ ਰਹੇ ਹਾਂ। ਠੀਕ ਹੈ। ਇਹਨੂੰ ਡਿਨੋਟ ਕਿਵੇਂ ਕਰਦੇ ਆ? ਮੰਨ ਲਓ ਕਿ ਇਹ ਏ ਬੀ ਲਾਈਨ ਆ, ਏ ਬੀ ਲਿਖਿਆ, ਇਹਦੇ ਉੱਪਰ ਲਾਈਨ ਲਗਾ ਕੇ ਦੋਵਾਂ ਸਾਈਡਾਂ ਤੋਂ ਐਰੋ, ਦੋਵਾਂ ਸਾਈਡਾਂ ਦਾ ਐਰੋ ਮਤਲਬ ਇਹ ਦੋਵਾਂ ਸਾਈਡਾਂ ਤੋਂ ਐਕਸਟੈਂਡ ਹੋਈ ਆ। ਜਾਂ ਇਹਨੂੰ ਬੀ ਈ ਲਿਖਿਆ, ਬੀ ਏ ਲਿਖਿਆ, ਦੋਵਾਂ ਉੱਪਰ ਲਾਈਨ ਲਗਾ ਕੇ ਐਰੋਜ਼ ਲਗਾਤੇ। ਇਹਨੂੰ ਨਾਮ ਦੇ ਦਿਓ ਈ ਦਾ, ਇਹਨੂੰ ਨਾਮ ਦੇ ਦਿਓ ਐਫ ਦਾ। ਉਸੇ ਤਰ੍ਹਾਂ ਈ ਐਫ ਦੇ ਉੱਪਰ ਲਾਈਨ ਲਗਾਤੀ, ਉਸੇ ਤਰ੍ਹਾਂ ਐਫ ਈ, ਚਾਹੇ ਈ ਐਫ ਲਿਖ ਲਓ, ਚਾਹੇ ਐਫ ਈ ਲਿਖ ਲਓ, ਚਾਹੇ ਏ ਬੀ ਲਿਖ ਲਓ, ਚਾਹੇ ਬੀ ਏ ਲਿਖ ਲਓ, ਸੇਮ ਮਤਲਬ। ਠੀਕ ਹੈ। ਉਸ ਤੋਂ ਬਾਅਦ ਆਉਂਦੀ ਆ ਰੇ। ਰੇ ਕੀ ਹੁੰਦੀ ਆ? ਰੇ ਹੈਜ਼ ਵਨ ਫਿਕਸਡ ਓਰੀਜਨ ਪੁਆਇੰਟ, means we can say that it has one starting point but no end point। ਕਹਿੰਦਾ ਜਿਹੜੀ ਰੇ ਹੁੰਦੀ ਆ ਇਹਦਾ ਫਿਕਸ ਓਰੀਜਨ ਪੁਆਇੰਟ ਹੁੰਦਾ ਹੈ। ਫਿਕਸ ਓਰੀਜਨ ਪੁਆਇੰਟ ਮਤਲਬ ਇਹਦਾ ਸਾਨੂੰ ਸਟਾਰਟਿੰਗ ਪੁਆਇੰਟ ਪਤਾ ਹੁੰਦਾ ਆ ਪਰ ਇਹਦਾ ਸਾਨੂੰ ਐਂਡ ਪੁਆਇੰਟ ਨਹੀਂ ਪਤਾ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਕੀ ਆ ਸਨਰੇਜ਼ ਐਂਡ ਟਾਰਚ। ਸਨਰੇਜ਼ ਸਾਨੂੰ ਪਤਾ ਹੈ ਸੂਰਜ ਦੀਆਂ ਕਿਰਨਾਂ ਕੀ ਆ, ਸੂਰਜ ਤੋਂ ਨਿਕਲ ਰਹੀਆਂ ਆ, ਸਟਾਰਟਿੰਗ ਪਰ ਸਾਨੂੰ ਪਤਾ ਆ, ਪਰ ਇਹਦਾ ਸਾਨੂੰ ਅੰਤ ਨਹੀਂ ਨਾ ਪਤਾ ਵੀ ਕਿਰਨਾਂ ਕਿੱਥੋਂ ਤੱਕ ਜਾ ਰਹੀਆਂ, ਕਿੰਨੀਆਂ ਕੁ ਲੰਬੀਆਂ ਆ। ਇਸ ਕਰਕੇ ਇਹਨੂੰ ਅਸੀਂ ਕੀ ਕਹਿੰਦੇ ਆ? ਰੇਸ ਕਹਿੰਦੇ ਆ। ਟਾਰਚ ਦੀ ਜਿਹੜੀ ਲਾਈਟ ਹੁੰਦੀ ਆ ਉਹਨੂੰ ਅਸੀਂ ਜਦੋਂ ਟਾਰਚ ਜਗਾਉਂਦੇ ਹਾਂ, ਟਾਰਚ ਦੀ ਲਾਈਟ ਨਿਕਲਦੀ, ਜਿਹੜੀ ਰੇਜ਼ ਨਿਕਲਦੀ, ਸਾਨੂੰ ਉਹ ਰੇਜ਼ ਦੀ ਸਟਾਰਟਿੰਗ ਤਾਂ ਪਤਾ ਹੁੰਦੀ ਆ ਕਿੱਥੋਂ ਟਾਰਚ ਚੋਂ ਨਿਕਲਦੀ, ਬਟ ਉਹਦਾ ਐਂਡ ਨਹੀਂ ਪਤਾ ਹੁੰਦਾ ਕਿ ਸਾਨੂੰ ਕਿੱਥੋਂ ਤੱਕ ਉਹਦਾ ਅੰਤ ਹੋ ਰਿਹਾ, ਸਾਨੂੰ ਨਹੀਂ ਪਤਾ ਹੋ ਰਿਹਾ। ਇਸ ਕਰਕੇ ਰੇ ਕੀ ਹੁੰਦੀ ਆ? ਇਹਦਾ ਓਰੀਜਨ ਪਤਾ ਹੁੰਦਾ ਆ ਤੇ ਐਂਡ ਪੁਆਇੰਟ ਇਹਦਾ ਨਹੀਂ ਪਤਾ ਹੁੰਦਾ। ਮਤਲਬ ਵਨ ਸਟਾਰਟਿੰਗ ਪੁਆਇੰਟ ਪਤਾ ਹੁੰਦਾ ਹੈ, ਸਟਾਰਟਿੰਗ ਪੁਆਇੰਟ ਸਾਨੂੰ ਪਤਾ ਹੁੰਦਾ ਹੈ ਤੇ ਇਹਦਾ ਐਂਡ ਸਾਨੂੰ ਨਹੀਂ ਪਤਾ ਹੁੰਦਾ। ਇਹਨੂੰ ਅਸੀਂ ਰਿਪਰੈਜ਼ੈਂਟ ਕਿਵੇਂ ਕਰਦੇ ਆ? ਮੰਨ ਲਓ ਕਿ ਮੈਂ ਦੋ ਪੁਆਇੰਟ ਲਏ ਏ ਤੇ ਬੀ, ਠੀਕ ਹੈ, ਲਾਈਨ ਬਣਾਈ, ਓਰੀਜਨ ਪਤਾ ਆ, ਐਂਡ ਨਹੀਂ ਪਤਾ ਸਾਨੂੰ। ਇਹ ਇੱਕ ਸਾਈਡ ਵੱਲ ਨੂੰ ਹੀ ਰੇ ਦਾ ਇੱਕ ਹੀ ਪ੍ਰੋਪਰਟੀ ਖਾਸ ਇਹਦੀ ਕਿ ਇਹ ਇੱਕ ਸਾਈਡ ਵੱਲ ਨੂੰ ਹੀ ਤੁਰਦੀ ਹੈ। ਠੀਕ ਹੈ।
ਇਹ ਇੱਧਰ ਨੂੰ ਤੁਰੀ ਜਾ ਰਹੀ ਹੈ। ਠੀਕ ਹੈ, ਇਹਨੂੰ ਰਿਪਰੈਜ਼ੈਂਟ ਕਿਵੇਂ ਕਰਦੇ ਆ, ਏ ਬੀ ਲਗਾ ਕੇ ਉਹਦੇ ਉੱਪਰ ਇੱਕ ਸਾਈਡ ਨੂੰ ਐਰੋ, ਮਤਲਬ ਕਿ ਇਸ ਡਾਇਰੈਕਸ਼ਨ ਵੱਲ ਤੁਰ ਰਹੀ ਹੈ। ਉਸ ਤੋਂ ਬਾਅਦ ਆਉਂਦੀਆਂ ਇੰਟਰਸੈਕਟਿੰਗ ਲਾਈਨ। ਇੰਟਰਸੈਕਟਿੰਗ ਲਾਈਨਸ ਕੀ ਹੁੰਦੀਆਂ ਨੇ, ਟੂ ਡਿਸਟਿੰਕਟ ਲਾਈਨ ਮੀਟਿੰਗ ਐਟ ਏ ਪੁਆਇੰਟ ਆਰ ਕਾਲਡ ਇੰਟਰਸੈਕਟਿੰਗ ਲਾਈਨ। ਇੰਟਰਸੈਕਟ ਦਾ ਮਤਲਬ ਕੀ ਹੁੰਦਾ ਯਾਰ, ਮੀਟ ਕਰਨਾ। ਮੀਟ ਕਰਨਾ ਮਤਲਬ ਆਪਸ 'ਚ ਇੱਕ ਦੂਜੇ ਨੂੰ ਮਿਲਣਾ। ਠੀਕ ਆ, ਦੋ ਵੱਖਰੀਆਂ ਵੱਖਰੀਆਂ ਲਾਈਨ ਆਪਸ 'ਚ ਜਦੋਂ ਇੱਕ ਦੂਜੇ ਨੂੰ ਮਿਲਦੀਆਂ ਵਾ ਕਿਸੇ ਵੀ ਪੁਆਇੰਟ ਤੇ, ਉਸ ਨੂੰ ਕਹਿੰਦੇ ਆਪਾਂ ਇੰਟਰਸੈਕਟਿੰਗ ਲਾਈਨਸ। ਜਿਵੇਂ ਕਿ ਮੰਨ ਲਓ ਕਿ ਮੈਂ ਦੋ ਵੱਖਰੀਆਂ ਵੱਖਰੀਆਂ ਲਾਈਨਸ ਲਈਆਂ, एक इस पॉइंट पे मिलिया, इस पॉइंट पे मिलिया, इस पॉइंट में की कहूँगी इंटरसैक्टिंग पॉइंट। जिस पॉइंट पे मिलदियां ने उस पॉइंट कहने हैं इंटरसैक्टिंग पॉइंट। दैट पॉइंट इंटरसैक्टिंग लाइन एंड वेयर दिस लाइन इंटरसैक्ट, जिस लाइन पे इंटरसैक्ट कर दियां ने, जिस लाइन पे मिलदियां ने उस पॉइंट में असीं की कहने हैं, दैट पॉइंट इज कॉल्ड इंटरसैक्टिंग पॉइंट। ठीक है, उस तो बाद आंदियां ने पैरेलल लाइन्स। पैरेलल लाइन्स की होंदियां ने, टू लाइन्स इन अ प्लेन आर सैड टू बी पैरेलल। कहंदा वा दो लाइनां नूं असीं उदों ही पैरेलल कहंदे आ इफ दे डू नॉट मीट एंड डिस्टेंस बिटवीन टू पैरेलल लाइन विल रिमेन इक्वल। कहंदा दो लाइनां नूं असीं उदों ही पैरेलल कहंदे आ जदों ਉਹ ਦੋਵੇਂ ਲਾਈਨਾਂ ਆਪਸ 'ਚ ਇੱਕ ਦੂਜੇ ਨੂੰ ਨਾ ਮਿਲਣ, ਪਰ ਇੱਕ ਕੰਡੀਸ਼ਨ ਹੋਣੀ ਚਾਹੀਦੀ ਹੈ। ਕੰਡੀਸ਼ਨ ਕੀ ਹੋਣੀ ਚਾਹੀਦੀ ਹੈ ਵੀ ਉਹਨਾਂ ਦਾ ਡਿਸਟੈਂਸ ਆਪਸ 'ਚ ਸੇਮ ਰਹਿਣਾ ਚਾਹੀਦਾ ਹੈ। ਮਤਲਬ ਕਿ ਮੰਨ ਲਓ ਕਿ ਆ ਮੈਂ ਦੋ ਲਾਈਨਸ ਲਈਆਂ ਏ ਬੀ ਪੁਆਇੰਟ ਤੇ, ठीक है, इन्होंने एक्सटेंड किया बोथ साइड्स तो। आ दूसरी लाइन मैं ली सी डी, इन्हों का जोड़ा आपस डिस्टेंस आ वो सेम रहना चाहिए है। ठीक है, मतलब कि यह नहीं होना चाहिए कि मान लो कि मेरी ए बी लाइन आ वा, ठीक है, तो सी डी लाइन आ वा, दिस इज़ नॉट अ पैरेलल लाइन। ठीक है, क्योंकि हम देखो इतने डिस्टेंस इसका किहो जिहा वा, इतने डिस्टेंस इसका, डिस्टेंस इन्हों का इक्वल रहना चाहिए आपस। उस लाइन में असीं कहने पैरेलल लाइन। उस तरह इधर हैगियां तो सेम डायरैक्शन वाल है ना, इस तरह ए बी इधर, सी डी इधर। ठीक है, चाहे इधर भी हो सकती ने, ए बी इस तरह तो सी डी इस तरह। ठीक है, इन्हू डिनोट किवें करते हैं, मान लो कि फस्ट लाइन की है ए बी, पहला लाइन डिनोट की। ठीक है, फिर दूसरी लाइन की है सी डी। पैरेलल का सिंबल किवें डिनोट करते हैं, दो लाइन्स लगा देते हैं विच, आ सिंबल जो होंदा है इनू कहने आपां पैरेलल। ठीक है, उस तो बाद आती है कर्व। कर्व की होंदी है, एनी ड्राइंग स्ट्रेट और नॉन स्ट्रेट डन विदाउट लिफ्टिंग द पेंसिल मे बी कॉल्ड अ कर्व। कर्व की होंदी है, कोई भी ड्राइंग चाहे वह स्ट्रेट हो, चाहे वह नॉन स्ट्रेट हो। स्ट्रेट मतलब चाहे वह सीधी हो, चाहे वह ना सीधी हो, बनाई किवें होवे, विदाउट लिफ्टिंग द पेंसिल, पेंसिल नूं चुके तो बिना जो ड्राइंग होंदी है उन्होंने असीं कर्व कहने हैं। ठीक है, उस तो बाद आती है सिंपल कर्व। सिंपल कर्व की होंदी है, अ सिंपल कर्व इज वन दैट डज नॉट क्रॉस इटसेल्फ। सिंपल कर्व की होंदी है, वो वाली कर्व जिहड़ी की है एक दूजे नूं उहदियां लाइन्स आपस च क्रॉस नहीं करदियां। मतलब कि उस तो बाद आ टाइप्स ऑफ सिंपल कर्व। सिंपल कर्व दो टाइप्स दियां होंदियां ने, क्लोज कर्व, ओपन कर्व। क्लोज कर्व की होंदी है, अ कर्व इज सेड टू बी क्लोज इफ इट्स एंड्स आर जॉइंट। कहंदा वा क्लोज कर्व नूं वो वाली कर्व होंदी है जिहदे एंड की है, एंड मतलब एक आ वाला एंड, एक आ वाला एंड आपस की होन, जॉइन होन, आपस जुड़े होन। ठीक है, उन्होंने आप कहने हैं क्लोज कर्व। ओपन कर्व की होंदी है, ओपन कर्व यदा उल्टा होंदा है, ओपन कर्व इज सेड टू बी ओपन इफ इट्स एंड आर नॉट जॉइन, वो एंड की है आपस जुड़े हुए नहीं होंगे। सिंपली कर्व किसी भी शेप च कोई भी बना दो। ठीक है, दिस इज अ ओपन कर्व। ठीक है, उस तो बाद आते ना पॉलीगन। पॉलीगन की होंगे ना, अ पॉलीगन इज अ सिंपल क्लोज फिगर made up of a line segment. Here line segment are the side of a polygons. पॉलीगन की होंगी, ये इस तरह दी क्लोज फिगर होंगे ने। क्लोज फिगर मतलब भी सारे साइड, मतलब कि सारिया साइड्स तो ये क्लोज होंगे ने। तो बनिया कि होंगे ने, लाइन सैगमेंट दियाँ बनिया होंगे ने। तो जिहड़ियां लाइन सैगमेंट होंगे ने वो की होंगे ने, साइड होंगे ने पॉलीगन्स दियाँ। जिवें कि मान लो कि मैं रिक्टेंगल लिया, ठीक है, रिक्टेंगल की होंगे जी लेंथ ब्रैथ सेम नहीं होंगी। मान लो कि इस रिक्टेंगल में नाम दिता ए बी सी डी। लाइन सैगमेंट क्यों क्या है, किसी दो पॉइंट के बीच का डिस्टेंस। ठीक है, ए बी सी डी। हुण किहड़ी लाइन सैगमेंट तो बिन के बनी है, एक लाइन सैगमेंट है ए बी, डिनोट किवें करते हैं लाइन सैगमेंट नूं, लाइन लाइन दे नाल करो। ठीक है, उस तो बाद बी सी, फिर सी डी, फिर डी ई, डी ए बी सी सी डी डी ए।
4 ਲਾਈਨ ਸੈਗਮੈਂਟ ਤੋਂ ਮਿਲ ਕੇ ਇਹ ਪੋਲੀਗਨ ਬਣਦਾ ਹੈ। ਠੀਕ ਹੈ, 4 ਤੋਂ ਵੱਧ ਸਾਈਡਸ ਵੀ 5 ਵੀ ਹੋ ਸਕਦੀਆਂ ਨੇ, 6 ਵੀ ਹੋ ਸਕਦੀਆਂ ਨੇ, ਜਿੰਨੀਆਂ ਮਰਜ਼ੀ ਹੋ ਸਕਦੀਆਂ ਨੇ। ਵਰਟਿਸਿਸ ਕੀ ਹੁੰਦਾ ਹੈ? ਕਾਰਨਰ ਪੁਆਇੰਟ ਆਫ ਐਨੀ ਸ਼ੇਪ ਮੇਡ ਅਪ ਆਫ ਅ ਲਾਈਨ ਸੈਗਮੈਂਟ। ਕਹਿੰਦਾ ਕੋਈ ਵੀ ਕਾਰਨਰ ਪੁਆਇੰਟ ਕਿਸੇ ਵੀ ਸ਼ੇਪ ਦਾ ਜਿਹੜਾ ਕਿ ਲਾਈਨ ਸੈਗਮੈਂਟ ਤੋਂ ਬਣਿਆ ਹੁੰਦਾ ਹੈ, ਉਹ ਕੀ ਹੁੰਦਾ ਹੈ? ਵਰਟਿਸਿਸ। ਠੀਕ ਆ, ਮੰਨ ਲਓ ਕਿ ਮੈਂ ਫਿਰ ਇੱਥੇ ਰੈਕਟੈਂਗਲ ਹੀ ਲਿਆ, ਆ ਮੈਂ ਇੱਥੇ ਕੁਆਡਰੀਲੇਟਰਲ ਲਿਆ। ਠੀਕ ਹੈ, ਇਹਦੀਆਂ 4 ਕਿੰਨੇ ਕਾਰਨਰ ਹੋਏ? ਕਿੰਨੇ ਕਾਰਨਰ ਕਿੰਨੇ ਆ? 4। ਮਤਲਬ ਕਾਰਨਰ ਨੂੰ ਹੀ ਅਸੀਂ ਕੀ ਕਹਿੰਦੇ ਆ? ਵਰਟਿਸਿਸ ਕਹਿੰਦੇ ਆ। ਠੀਕ ਹੈ, ਉਸੇ ਤਰ੍ਹਾਂ ਇਹਦੇ ਕਾਰਨਰ ਕਿੰਨੇ ਹੋਏ? 4। ਇਹਨਾਂ ਨੂੰ ਕੀ ਅਸੀਂ ਕਵਾਂਗੇ? ਵਰਟਿਸਿਸ ਕਵਾਂਗੇ।